बैरीकेड लाए सरकार ने लाए, टोए पट्टे सरकार ने पट्टे। मैनू दस दो कि 9.5-10 महीने हो गए अंदोलन नूं, किसी भी किसान ने किसी दे रोड़ा तक नहीं मारिया, किसी दी मूंगफली तक चक के नहीं खाधी। करनाल ते डीसी दे बयान आ रहे सीगे कि धारा 144 ला दी गई है। मैं उस डीसी साहब नूं पुछना चाहूँगा 140 धारा तेरी हुण कित्थे गई कि किसानां नूं मिनी सैकटरीएट च जान नहीं दिता जाएगा। आ वेख लो किसान मिनी सैकटरीएट च खड़े ने, किधर गया वो डीसी। 6 अक्तूबर 2020 ਨੂੰ ਪੱਕਾ ਮੋਰਚਾ ਲੱਗਿਆ ਸੀ। ਇਹ ਜਿਹੜਾ ਮੋਰਚਾ ਲੱਗਿਆ ਡਿਪਟੀ ਸੀਐਮ ਹਰਿਆਣਾ ਦਾ ਜਿਹੜਾ ਦੁਸ਼ਯੰਤ ਚਟਾਲਾ ਆ, ਲੋਕ ਤਾਂ ਉਹਨੂੰ ਦੁਸ਼ਯੰਤ ਚਟਾਲਾ ਕਹਿੰਦੇ, ਅਸੀਂ ਉਹਨੂੰ ਦੁਸ਼ਟ ਚਟਾਲਾ ਕਵਾਂਗੇ। ਉਹਦੇ ਘਰ ਦੇ ਅੱਗੇ ਤੇ ਸਾਡੇ ਹਰਿਆਣੇ ਤੋਂ ਜੇਲ੍ਹ ਮੰਤਰੀ ਤੇ ਬਿਜਲੀ ਮੰਤਰੀ ਰਣਜੀਤ ਚਟਾਲਾ, ਉਹਦੇ ਘਰ ਦੇ ਅੱਗੇ ਅਸੀਂ 6 ਅਕਤੂਬਰ ਦਾ ਪੱਕਾ ਮੋਰਚਾ ਲਾਇਆ ਹੋਇਆ। ਅਸੀਂ ਉਨੀ ਦੇਰ ਤੱਕ ਅਸੀਂ ਪੱਕਾ ਮੋਰਚਾ ਤੇ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਇਹ ਤਿੰਨੇ ਕਾਲੇ ਕਾਨੂੰਨ ਦਰਸਤ ਨਹੀਂ ਹੋ ਜਾਂਦੇ, ਐਮਐਸਪੀ ਖਰੀਦ ਗਰੰਟੀ ਨਹੀਂ ਹੋ ਜਾਂਦੀ ਤੇ ਬਿਜਲੀ ਬਿੱਲ 2020 ਕਾਨੂੰਨ ਵਾਪਸ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਅਸੀਂ ਉੱਥੇ ਪੱਕੇ ਡਟੇ ਰਵਾਂਗੇ। ਅਸੀਂ ਕੋਈ ਅੱਕਣ ਵਾਲੇ ਨਹੀਂ, ਕੋਈ ਥੱਕਣ ਵਾਲੇ ਨਹੀਂ, ਕੋਈ ਹਾਰਨ ਵਾਲੇ ਨਹੀਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ। ਅੱਜ ਅਸੀਂ ਕਰਨਾਲ ਦੇ ਵਿੱਚ ਖੜ੍ਹੇ ਹਾਂ। ਕਰਨਾਲ ਦੇ ਵਿੱਚ ਕਿਸਾਨਾਂ ਦਾ ਧਰਨਾ ਹੈ ਜਿਹੜਾ ਉਹ ਡੀਸੀ ਦਫ਼ਤਰ ਦੇ ਅੱਗੇ ਚੱਲ ਰਿਹਾ ਹੈ। ਇੱਥੇ ਕੁਝ ਕਿਸਾਨ ਨੇ ਜਿਹੜੇ ਸਿਰਸਾ ਤੋਂ ਪਹੁੰਚੇ ਨੇ। ਇਹਨਾਂ ਨੇ ਡਿਪਟੀ ਸੀਐਮ ਦਾ ਜਿਹੜਾ ਘਰ ਆ ਉਹਦਾ ਘਰਾਓ ਕੀਤਾ ਹੋਇਆ। ਲਗਾਤਾਰ ਘਰਾਓ ਆ ਜਿਹੜਾ ਚੱਲ ਰਿਹਾ। ਕਿੰਨੇ ਦਿਨਾਂ ਤੋਂ ਚੱਲ ਰਿਹਾ ਗੱਲ ਕਰਾਂਗੇ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਤੁਹਾਡੇ ਵੀਰਾਂ ਦਾ ਕਿ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਡਟੇ ਹੋਏ ਤੇ ਹੱਕ ਦੇ ਸੱਚ ਦੀ ਜਿਹੜੀ ਸਾਡੇ ਕਿਸਾਨਾਂ ਦੀ ਇਹ ਕਿਰਤੀ ਲੋਕਾਂ ਦੀ ਲੜਾਈ ਹੈ, ਤੁਸੀਂ ਬੜੇ ਸਾਫ਼ ਸੁਥਰੇ ਤੇ ਸੁਚੱਜੇ ਢੰਗ ਨਾਲ ਵਿਖਾ ਰਹੇ ਹੋ। ਇਹ ਗੋਦੀ ਮੀਡੀਆ ਤੇ ਬਹੁਤ ਵੱਡੀ ਚਪੇੜ ਹੈ ਜੀ। ਤੁਸੀਂ ਜਿਹੜਾ ਸਿਰਸਾ ਦੇ ਵਿੱਚ ਡਿਪਟੀ ਸੀਐਮ ਦੇ ਘਰ ਦਾ ਘਰਾਓ ਕੀਤਾ ਹੋਇਆ, ਕਿੰਨੇ ਦਿਨ ਹੋ ਗਏ ਤੇ ਕਿੱਦਾਂ ਦਾ ਧਰਨਾ ਪ੍ਰਦਰਸ਼ਨ ਹੈ ਜਿਹੜਾ ਉੱਥੇ ਚੱਲ ਰਿਹਾ ਹੈ? ਦੇਖੋ ਜੀ, ਇਹ ਜਦੋਂ ਧਰਨੇ ਪ੍ਰਦਰਸ਼ਨ ਜਦੋਂ ਤਿੰਨੇ ਖੇਤੀ ਕਾਲੇ ਕਾਨੂੰਨ ਤਿੰਨੇ ਆਏ ਸੀ, ਵਿਰੋਧੀ ਕਾਨੂੰਨ ਜਿਹੜੇ ਆਏ ਸੀਗੇ, ਉਸ ਤੋਂ ਬਾਅਦ ਪੰਜਾਬ 'ਚ ਅੰਦੋਲਨ ਸ਼ੁਰੂ ਹੋਇਆ। ਪੰਜਾਬ ਤੋਂ ਬਾਅਦ ਅਗਰ ਦੇਸ਼ ਭਰ ਵਿੱਚ ਕਿਤੇ ਪੱਕਾ ਮੋਰਚਾ ਲੱਗਿਆ ਉਹ ਸਰਸੇ ਲੱਗਿਆ ਜੀ 6 ਅਕਤੂਬਰ ਦਾ। 6 ਅਕਤੂਬਰ 2020 ਨੂੰ ਪੱਕਾ ਮੋਰਚਾ ਲੱਗਿਆ ਸੀ। ਇਹ ਜਿਹੜਾ ਮੋਰਚਾ ਲੱਗਿਆ ਡਿਪਟੀ ਸੀਐਮ ਹਰਿਆਣਾ ਦਾ ਜਿਹੜਾ ਦੁਸ਼ਯੰਤ ਚਟਾਲਾ ਆ, ਲੋਕ ਤਾਂ ਉਹਨੂੰ ਦੁਸ਼ਯੰਤ ਚਟਾਲਾ ਕਹਿੰਦੇ, ਅਸੀਂ ਉਹਨੂੰ ਦੁਸ਼ਟ ਚਟਾਲਾ ਕਵਾਂਗੇ। ਉਹਦੇ ਘਰ ਦੇ ਅੱਗੇ ਤੇ ਸਾਡੇ ਹਰਿਆਣੇ ਤੋਂ ਜੇਲ੍ਹ ਮੰਤਰੀ ਤੇ ਬਿਜਲੀ ਮੰਤਰੀ ਰਣਜੀਤ ਚਟਾਲਾ, ਉਹਦੇ ਘਰ ਦੇ ਅੱਗੇ ਅਸੀਂ 6 ਅਕਤੂਬਰ ਦਾ ਪੱਕਾ ਮੋਰਚਾ ਲਾਇਆ ਹੋਇਆ ਤੇ ਉਹ ਅੱਜ ਵੀ ਪੱਕਾ ਮੋਰਚਾ ਹੈ ਤੇ ਉੱਥੇ ਅੱਜ ਵੀ ਚੱਲ ਰਿਹਾ। ਅਸੀਂ ਉਨੀ ਦੇਰ ਤੱਕ ਅਸੀਂ ਪੱਕਾ ਮੋਰਚਾ ਉੱਥੇ ਜਾਰੀ ਰੱਖਾਂਗੇ ਜਿੰਨੀ ਦੇਰ ਤੱਕ ਇਹ ਤਿੰਨੇ ਕਾਲੇ ਕਾਨੂੰਨ ਦਰਸਤ ਨਹੀਂ ਹੋ ਜਾਂਦੇ, ਐਮਐਸਪੀ ਖਰੀਦ ਗਰੰਟੀ ਨਹੀਂ ਹੋ ਜਾਂਦੀ ਤੇ ਬਿਜਲੀ ਬਿੱਲ 2020 ਕਾਨੂੰਨ ਵਾਪਸ ਨਹੀਂ ਹੋ ਜਾਂਦਾ, ਉਨੀ ਦੇਰ ਤੱਕ ਅਸੀਂ ਉੱਥੇ ਪੱਕੇ ਡਟੇ ਰਵਾਂਗੇ। ਅਸੀਂ ਕੋਈ ਅੱਕਣ ਵਾਲੇ ਨਹੀਂ, ਕੋਈ ਥੱਕਣ ਵਾਲੇ ਨਹੀਂ, ਕੋਈ ਹਾਰਨ ਵਾਲੇ ਨਹੀਂ। ਪਰ ਹਰਿਆਣਾ ਦੇ ਜਿਹੜੇ ਗ੍ਰਹਿ ਮੰਤਰੀ ਨੇ ਬੀਜੇਪੀ ਦੇ ਨੇ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ ਅਸੀਂ ਪ੍ਰਪੋਜ਼ਲ ਦੇ ਦਿੱਤੀ ਆ, ਜੋ ਵੀ ਕਾਨੂੰਨਾਂ ਤੇ ਸੋਧ ਹੋਣੀ ਸੀ ਉਹ ਅਸੀਂ ਸਮਝਾ ਦਿੱਤਾ ਹੈ। ਜੇ ਸੋਧ ਤੇ ਮੰਨਦੇ ਨੇ ਤਾਂ ਗੱਲ ਕਰ ਲੈਣਾ, ਅਸੀਂ ਕੋਈ ਪਹਿਲ ਨਹੀਂ ਕਰਾਂਗੇ। ਕੋਈ ਗੱਲ ਕਰਨ ਦਾ ਜਿਹੜਾ ਯਤਨ ਸਰਕਾਰ ਵੱਲੋਂ ਪਹਿਲਾਂ ਨਹੀਂ ਕੀਤਾ ਜਾਊਗਾ। ਕੀ ਲੱਗ ਰਿਹਾ ਇਹ ਸਰਕਾਰ ਦਾ ਰਵੱਈਆ ਦੇਖ ਕੇ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੂਗੀ ਅੰਦੋਲਨ ਚੱਲਦੇ ਨੂੰ? ਬਾਈ ਜੀ ਬਹੁਤ ਦੇਖੋ ਵੀਰ ਜੀ, ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਅੰਦੋਲਨ ਹੁੰਦੇ ਆ ਤੇ ਜਿਹੜੇ ਸੰਘਰਸ਼ ਹੁੰਦੇ ਆ ਇਹ ਲੰਮੇ ਸਮੇਂ ਤੱਕ ਚੱਲਦੇ। ਜਿੰਨੇ ਹੀ ਲੰਮੇ ਸਮੇਂ ਤੱਕ ਤੁਹਾਡੇ ਅੰਦੋਲਨ ਜਾਂ ਤੁਹਾਡੇ ਸੰਘਰਸ਼ ਚੱਲਣਗੇ, ਸਮਝੋ ਕਿ ਤੁਸੀਂ ਜਿੱਤ ਦੀ ਤਰਫ ਜਾ ਰਹੇ ਹੋ। ਫਿਰ ਰਹੀ ਗੱਲ ਸਰਕਾਰ ਦੀ, ਜਿਹੜਾ ਤੁਸੀਂ ਕਹਿ ਰਹੇ ਸੀ ਗ੍ਰਹਿ ਮੰਤਰੀ, 11 ਦੌਰ ਦੀ ਮੀਟਿੰਗ ਹੋ ਚੁੱਕੀ ਸੰਯੁਕਤ ਮੋਰਚੇ ਦੀ ਸਾਡੀ ਉਹਨਾਂ ਨਾਲ। ਉਹਨਾਂ ਨੇ ਇੱਕ ਬਿੰਦੂ ਤੇ ਇੱਕ ਪੁਆਇੰਟ ਤੇ ਗੱਲ ਕੀਤੀ ਆ ਕਿ ਕਿੱਥੇ ਕਾਲਾ ਆ। ਉਹਨਾਂ ਨੂੰ ਇੱਕ ਬਿੰਦੂ ਤੇ ਉਹ ਕਹਿ ਰਹੇ ਸੀ ਇਹਦੇ ਵਿੱਚ ਕਾਲਾ ਦੱਸੋ, ਕਿ ਇੱਕ ਬਿੰਦੂ ਤੇ ਉਹਨਾਂ ਨੂੰ ਦੱਸੇਗਾ ਇੱਥੇ ਕਾਲਾ ਆ। ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਮੈਂ ਇੱਕ ਆਮ ਨਾਗਰਿਕ ਆ, ਇੱਕ ਮੈਂ ਆਮ ਕਿਸਾਨ ਆ। ਮੈਂ ਦੱਸ ਸਕਦਾ ਹਾਂ ਕਿ ਇਹਦੇ ਵਿੱਚ ਕਾਲਾ ਕੀ ਆ। ਕਿ ਜਿਹੜੇ ਸੰਯੁਕਤ ਮੋਰਚੇ ਦੇ ਲੀਡਰ ਨੇ, ਸਾਡੇ ਕਿਸਾਨ ਆਗੂ ਨੇ, ਸਾਡੇ ਬੈਠੇ ਜਿਨ੍ਹਾਂ ਦੇ ਸਿਰ ਤੇ ਅਸੀਂ ਵੀ ਲੜਾਈਆਂ ਲੜ ਰਹੇ ਹਾਂ, ਤੇ ਉਹਨਾਂ ਨੇ ਇੱਕ ਬਿੰਦੂ ਤੇ ਪ੍ਰਕਿਰਿਆ ਦਿੱਤੀ ਹੈ। ਇਹਨਾਂ ਕੋਲ ਕਿਸੇ ਚੀਜ਼ ਦਾ ਕੋਈ ਜਵਾਬ ਨਹੀਂਗਾ। ਇਹ ਜਿਹੜੀ ਸਰਕਾਰ ਹੈ ਕੋਰਪੋਰੇਟ ਘਰਾਣੇ ਦੀ ਸਰਕਾਰ ਹੈ। ਇਹ ਬੀਜੇਪੀ ਤੇ ਜੇਜੇਪੀ ਵਾਲੇ ਇਹਨਾਂ ਦੀ ਕਠਪੁਤਲੀਆਂ ਹੈ। ਉਹ ਜੋ ਵੀ ਕੋਰਪੋਰੇਟ ਘਰਾਣੇ ਇਹਨਾਂ ਨੂੰ ਕਹਿੰਦੇ ਨੇ ਉਹ ਹੀ ਇਹਨਾਂ ਦੀ ਗੱਲ ਮੰਨਦੇ ਨੇ। ਤੇ ਕਾਲੇ ਕਾਨੂੰਨ ਬਿਲਕੁਲ ਕਾਲੇ ਨੇ, ਜਿੰਨਾ ਤੇਰੇ ਦਰਸਤ ਨਹੀਂ ਹੁੰਦੇ ਅਸੀਂ ਘਰ ਜਾਣ ਵਾਲੇ ਨਹੀਂ ਗੇ। ਬਾਈ ਜੀ, ਕਰਨਾਲ ਦੀ ਗੱਲ ਕੀਤੀ ਜਾਵੇ, ਕੱਲ ਕਿਸਾਨਾਂ ਵੱਲੋਂ ਮਹਾ ਪੰਚਾਇਤ ਸੱਦੀ ਗਈ ਸੀ। 30 ਤਰੀਕ ਨੂੰ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਕਿ ਤੁਸੀਂ ਸਾਡੀਆਂ ਮੰਗਾਂ ਮੰਨ ਲਓ। ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ, ਜਿਹੜੇ ਮੁੱਖ ਦੋਸ਼ੀ ਨੇ, ਉਹਨਾਂ ਤੇ ਬਣਦੀ ਕਾਰਵਾਈ ਕਰੋ। ਤੇ ਉਹਦੇ ਉਸ ਤੋਂ ਬਾਅਦ ਕਿਸਾਨਾਂ ਨੇ ਕੱਲ
ਡੀਸੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ ਸੀ ਕਿਸਾਨਾਂ ਵੱਲੋਂ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ। ਬੈਰੀਕੇਡਿੰਗ ਕੀਤੇ ਗਏ, ਥਾਂ ਥਾਂ ਤੇ ਵਾਟਰ ਕੈਨਨ ਦੀਆਂ ਗੱਡੀਆਂ ਖੜਾਈਆਂ ਗਈਆਂ, ਅਥਰੂ ਗੈਸ ਦੇ ਗੋਲਿਆਂ ਵਾਲੀਆਂ ਗੱਡੀਆਂ ਨੇ ਜਿਹੜੀਆਂ ਉਹ ਖੜਾਈਆਂ ਗਈਆਂ, ਤੇ ਮੁਲਾਜ਼ਮਾਂ ਕੋਲ ਵੀ, ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਕੋਲ ਵੀ ਅਥਰੂ ਗੈਸ ਦੀਆਂ ਤੋਪਾਂ ਸੀਗੀਆਂ ਜਿਹੜੀਆਂ ਲੈਸ ਸੀਗੇ ਉਹਨਾਂ ਨਾਲ। ਕੀ ਲੱਗ ਰਿਹਾ ਜਦੋਂ ਤੁਸੀਂ ਸਿਰਸਾ ਦੇ ਵਿੱਚ ਘਿਰਾਓ ਕੀਤਾ ਉਦੋਂ ਵੀ ਤੁਹਾਡੇ ਨਾਲ ਇਦਾਂ ਦਾ ਕੁਝ ਹੋਇਆ? 144 ਤੱਕ ਲਾ ਦਿੱਤੀ ਗਈ, ਉਰੇ ਇੰਟਰਨੈਟ ਸੇਵਾਵਾਂ ਬੰਦ ਨੇ, ਉੱਥੇ ਕਿੱਦਾਂ ਦੇ ਹਾਲਾਤ ਸੀਗੇ? ਬਿਲਕੁਲ ਵੀਰ ਜੀ, ਜਿਵੇਂ ਦੇ ਹਾਲਾਤ ਇੱਥੇ ਨੇ ਉੱਥੇ ਸੇਮ ਇਹ ਹਾਲਾਤ ਸੀ। ਵਾਟਰ ਕੈਨਨ ਦੇ ਗੋਲੇ ਵੀ ਛੱਡੇ ਗਏ, ਆਂਸੂ ਗੈਸ ਦੇ ਸਾਡੇ ਦੇ ਗੋਲੇ ਵੀ ਛੱਡੇ ਗਏ। ਅਸੀਂ ਉਹਨਾਂ ਨੂੰ ਸਿਰਫ ਸਾਡਾ ਮੇਨ ਟੀਚਾ, ਮੇਨ ਮਕਸਦ ਸਾਡਾ ਕਿ ਤਿੰਨੇ ਕਾਲੇ ਕਾਨੂੰਨ ਦਰਸਤ ਹੋਣੇ ਚਾਹੀਦੇ, ਕਿ ਅਸੀਂ ਜੋ ਵੀ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤੀਪੂਰਵਕ ਢੰਗ ਨਾਲ ਕਰ ਰਹੇ ਹਾਂ, ਕਿਸੇ ਵੀ ਤਰ੍ਹਾਂ ਦਾ ਅਸੀਂ ਕਾਨੂੰਨ ਦਾ ਉਲੰਘਣ ਨਹੀਂ ਕਰਦੇ। ਤੁਸੀਂ ਵੇਖਿਆ ਹੋਣਾ ਜਿੱਥੇ ਵੀ ਉਲੰਘਣ ਹੋਇਆ ਇਹ ਸਰਕਾਰ ਦੇ ਵੱਲੋਂ ਹੋਇਆ। ਬੈਰੀਕੇਡ ਲਾਏ ਸਰਕਾਰ ਨੇ ਲਾਏ, ਟੋਏ ਪੱਟੇ ਸਰਕਾਰ ਨੇ ਪੱਟੇ। ਮੈਨੂੰ ਦੱਸ ਦਿਓ ਕਿ 9.5-10 ਮਹੀਨੇ ਹੋ ਗਏ ਅੰਦੋਲਨ ਨੂੰ, ਕਿਸੇ ਵੀ ਕਿਸਾਨ ਨੇ ਕਿਸੇ ਦੇ ਰੋੜਾ ਤੱਕ ਨਹੀਂ ਮਾਰਿਆ, ਕਿਸੇ ਦੀ ਮੂੰਗਫਲੀ ਤੱਕ ਚੱਕ ਕੇ ਨਹੀਂ ਖਾਧੀ। ਤੁਸੀਂ ਬਾਰਡਰਾਂ ਤੇ ਵੀ ਜਾਂਦੇ ਹੋ, ਉੱਥੇ ਵੀ ਕਵਰੇਜ ਕਰਦੇ ਹੋ। ਕੋਈ ਵੀ ਰੇਹੜੀ ਵਾਲਾ, ਕੋਈ ਵੀ ਦੁਕਾਨਦਾਰ, ਕੋਈ ਵੀ ਕਹਿ ਦੇ ਕਿ ਕਿਸਾਨਾਂ ਨੇ ਸਾਡੇ ਤੋਂ ਉੱਥੇ ਕਿ ਅੰਨ ਦਾ ਦਾਣਾ ਜਾਂ ਮੂੰਗਫਲੀ ਦਾ ਦਾਣਾ ਜਾਂ ਬਿਸਕੁਟ ਜਾਂ ਕੁਝ ਵੀ ਚੀਜ਼ ਚੱਕਿਆ। ਕਿਸਾਨ ਜਿਹੜੇ ਨੇ ਕਿਰਤੀ ਲੋਕ ਨੇ, ਇਹ ਹੱਕ ਤੇ ਸੱਚ ਦੀ ਲੜਾਈ ਲੜਦੇ ਨੇ, ਤੇ 10 ਨੌਹਾਂ ਦੀ ਕਿਰਤ ਕਮਾਈ ਕਰਕੇ ਉਹਦੇ ਚੋਂ ਵੀ ਦਸਵੰਧ ਕੱਢ ਕੇ ਫਿਰ ਉਹ ਆਪਣਾ ਕਾਰੋਬਾਰ ਸ਼ੁਰੂ ਕਰਦੇ ਆ। ਤੇ ਤੂੰ ਕਿਵੇਂ ਕਹਿ ਸਕਦੇ ਨੇ? ਇਹ ਤਾਂ ਗੋਦੀ ਮੀਡੀਆ ਨੇ, ਗੋਦੀ ਮੀਡੀਆ ਵਿਖਾ ਰਿਹਾ। ਜਿਵੇਂ ਤੁਸੀਂ ਵੇਖ ਲਓ ਕਰਨਾਲ ਦੇ ਹਾਲਾਤ, ਕਰਨਾਲ 'ਚ ਡੀਸੀ ਦੇ ਬਿਆਨ ਆ ਰਹੇ ਸੀਗੇ ਕਿ ਧਾਰਾ 144 ਲਾ ਦਿੱਤੀ ਗਈ ਆ। ਮੈਂ ਉਸੇ ਡੀਸੀ ਸਾਹਿਬ ਨੂੰ ਪੁੱਛਣਾ ਚਾਹੂੰਗਾ 140 ਧਾਰਾ ਤੇਰੀ ਹੁਣ ਕਿੱਥੇ ਗਈ? ਫਿਰ ਉਸ ਤੋਂ ਬਾਅਦ ਕਿਹਾ ਸੀਗਾ ਕਿ ਕਿਸਾਨਾਂ ਨੂੰ ਮਿੰਨੀ ਸੈਕਟਰੀਏਟ 'ਚ ਜਾਣ ਨਹੀਂ ਦਿੱਤਾ ਜਾਏਗਾ। ਆਹ ਵੇਖ ਲਓ ਕਿਸਾਨ ਮਿੰਨੀ ਸੈਕਟਰੀਏਟ 'ਚ ਖੜੇ ਨੇ, ਕਿੱਧਰ ਗਿਆ ਉਹ ਡੀਸੀ, ਕਿੱਧਰ? ਪਰ ਜਿਹੜਾ ਬੀਜੇਪੀ ਦਾ ਇੱਕ ਆਗੂ ਆ ਬਨੇਸ਼ ਜੋਸ਼ੀ, ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇ ਕਿਸਾਨ ਨੇ ਆਪਣੇ ਹੱਥ 'ਚ ਕਾਨੂੰਨ ਲੈਣਗੇ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ। ਕੀ ਉਹ ਲੱਗ ਰਿਹਾ ਹੈ ਜਦੋਂ 26 ਨੂੰ ਕਿਸਾਨ ਪੰਜਾਬ ਤੋਂ ਚੱਲੇ ਸੀਗੇ ਵੱਡੇ ਕਾਫਲੇ ਲੈ ਕੇ, ਉਦੋਂ ਜਿਹੜੀਆਂ ਸਰਕਾਰੀ ਸੜਕਾਂ ਨੇ ਉਹਨਾਂ ਦਾ ਨੁਕਸਾਨ ਕੀਤਾ ਗਿਆ, ਉਦੋਂ ਉਹਨਾਂ ਦਾ ਕੀ ਵਿਚਾਰ ਸੀਗਾ? ਉਦੋਂ ਕਿੱਥੇ ਸੀਗੇ ਉਹ? ਕੀ ਲੱਗ ਰਿਹਾ? ਵੇਖੋ ਜੀ, ਇਹ ਤਾਂ ਸਾਰੀਆਂ ਇਹਨਾਂ ਦੀਆਂ ਚਾਲਾਂ ਨੇ ਕਿ ਪਰਚੇ ਕਰ ਦਾਂਗੇ, ਇਹ ਕਰਦੇ। ਅਸੀਂ ਪਰਚੀਆਂ ਤੋਂ ਡਰਨ ਵਾਲੇ ਨਹੀਂ। ਸਭ ਤੋਂ ਵੱਡੀ ਤੁਹਾਨੂੰ ਮੈਂ ਗੱਲ ਦੱਸਦਾ, 11 ਤਰੀਕ ਨੂੰ ਆਪਣੇ ਗੰਗੂਆ ਰਣਬੀਰ ਸਿੰਘ ਗੰਗੂਆ ਸਿਰਸਾ ਵਿੱਚ ਆਇਆ। ਸਭ ਤੋਂ ਪਹਿਲਾਂ ਗੱਲ ਕਿ ਰਣਬੀਰ ਸਿੰਘ ਗੰਗੂਆ ਜਿਹੜਾ ਹੈ ਉਹ ਇੱਕ ਸੰਵਿਧਾਨਿਕ ਪਦ ਤੇ ਬੈਠਾ ਹੋਇਆ। ਸੰਵਿਧਾਨਿਕ ਪਦ ਤੇ ਬੈਠਣ ਦੇ ਬਾਵਜੂਦ ਬੀਜੇਪੀ ਦੀ ਮੀਟਿੰਗ 'ਚ ਨਹੀਂ ਜਾਂਦਾ, ਕਿਉਂਕਿ ਉਹ ਇੱਕ ਸਾਂਝਾ ਬੰਦਾ ਹੁੰਦਾ ਹੈ। ਉਸ ਦਾ ਵਿਰੋਧ ਕੀਤਾ, ਉਸਨੇ ਵਿਰੋਧ ਕਰਕੇ ਸਰਕਾਰੀ ਗੱਡੀ ਦਾ ਦੁਰਉਪਯੋਗ ਕਰਕੇ ਸਰਸੇ ਵਿੱਚ ਪਹੁੰਚਿਆ। ਸਰਸੇ ਵਿੱਚ ਪਹੁੰਚ ਕੇ ਇਹਨਾਂ ਦੇ ਆਪਦੇ ਬੰਦਿਆਂ ਨੇ ਪਥਰਾਵ ਕੀਤਾ। ਸਾਡੇ ਤੇ ਬਾਈ ਨੇਮ ਸਾਡੇ ਤੇ ਮੇਰੇ ਤੇ ਬਾਈ ਨੇਮ ਪਰਚਾ, 307 ਦਾ ਪਰਚਾ, ਦੇਸ਼ ਵਿਰੋਧ ਦਾ ਪਰਚਾ ਕਿ ਅਸੀਂ ਆਜ਼ਾਦ ਦੇ ਦਿੱਤੇ, ਆਜ਼ਾਦ ਉਮੀਦਵਾਰ ਨਹੀਂ। ਸਾਡੀ ਉੱਥੋਂ ਜਿਹੜਾ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ, ਪ੍ਰਸ਼ਾਸਨ ਇੱਕ ਵੀ ਸਾਨੂੰ ਕਲੂ ਨਹੀਂ ਦੇ ਸਕਿਆ। ਅਸੀਂ ਪ੍ਰਸ਼ਾਸਨ ਨੂੰ ਇਹ ਗੱਲ ਕਹੀ ਸੀਗੀ ਕਿ ਸਾਨੂੰ ਇੱਕ ਵੀ ਫੁਟੇਜ ਸਾਡੀ ਕਿਸਾਨਾਂ ਦੀ ਵਿਖਾ ਦਿਓ, ਸਾਡੀ ਫੁਟੇਜ ਵਿਖਾ ਦਿਓ, ਜੋ ਵੀ ਤੁਸੀਂ ਕਾਰਵਾਈ ਕਰਨੀ ਚਾਹੁੰਦੇ ਹੋ ਅਸੀਂ ਬਿਲਕੁਲ ਤਿਆਰ ਹਾਂ। ਅਗਰ ਅਸੀਂ ਗੁਨਾਹ ਕੀਤਾ ਆ ਤੇ ਸਾਡੇ ਤੇ ਕਾਰਵਾਈ ਕਰੋ, ਸਾਡੇ ਤੇ ਪਰਚੇ ਕਰੋ। ਉਹਨਾਂ ਕੋਲ ਇੱਕ ਵੀ ਐਵੇਂ ਦੀ ਤਸਵੀਰ ਨਹੀਂ ਉਹਨਾਂ ਕੋਲ ਵਿਖਾਈ ਗਈ ਕਿ ਕਿਸਾਨਾਂ ਨੇ ਕੀਤਾ। ਇਹ ਸਭ ਉਹਨਾਂ ਦੀਆਂ ਚਾਲਾਂ ਨੇ ਜੀ ਸਾਰੀਆਂ। ਬਾਈ ਜੀ, ਵੋਟਾਂ ਟਾਈਮ ਤਾਂ ਬੜੇ ਲੋਕਾਂ ਦੀਆਂ ਮਿੰਨਤਾਂ ਕਰਦੇ ਨੇ ਤੇ ਘਰਾਂ 'ਚ ਆ ਕੇ ਬੈਠ ਕੇ ਚਾਹਾਂ ਪੀਣ ਤੱਕ, ਰੋਟੀ ਖਾਣ ਤੱਕ ਦੇ ਡਰਾਮੇ ਨੇ ਜਿਹੜੇ ਲੀਡਰਾਂ ਵੱਲੋਂ ਕੀਤੇ ਜਾਂਦੇ ਨੇ ਗਰੀਬ ਪਰਿਵਾਰਾਂ 'ਚ ਆ ਕੇ। ਪਰ ਅੱਜ ਜੇ ਲੋਕ ਨੇ, ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਕੁਰਸੀ ਤੇ ਬਿਠਾਇਆ, ਇਹਨਾਂ ਨੇ ਰਾਜੇ ਬਣਾਇਆ, ਇਹਨਾਂ ਨੂੰ ਜਿਹੜੀ ਸਾਰੇ ਦੇਸ਼ ਦੀ ਡੋਰ ਹੈ ਇਹਨਾਂ ਦੇ ਹੱਥ 'ਚ ਦਿੱਤੀ ਹੈ, ਪਰ ਅੱਜ ਉਹਨਾਂ ਦੇ ਸਵਾਗਤ ਲਈ ਇਦਾਂ ਪੁਲਿਸ ਪ੍ਰਸ਼ਾਸਨ ਲਾਉਂਦੇ ਨੇ, ਪਾਣੀ ਦੀਆਂ ਤੋਪਾਂ ਚਲਾਉਂਦੇ ਨੇ, ਲਾਠੀਆਂ ਬਰਾਉਂਦੇ ਨੇ। ਕੀ ਲੱਗ ਰਿਹਾ ਇਹ ਸਰਕਾਰ ਆ ਜਿਹੜੀ ਇਹ ਲੋਕਾਂ ਦੇ ਹਿੱਤ 'ਚ, ਇਦਾਂ ਦੀਆਂ ਸਰਕਾਰਾਂ ਦਾ ਕਿੱਦਾਂ ਦੇ ਅੰਜਾਮ ਹੁੰਦੇ ਨੇ ਅੱਗੇ? ਵੇਖੋ ਜੀ, ਜਿਹੜਾ ਰਾਜਾ ਹੁੰਦਾ, ਰਾਜਾ ਪਰਜਾ ਦੇ ਸਿਰ ਤੇ ਬਣਦਾ ਜੀ। ਜਿਸ ਰਾਜੇ ਦੀ ਪਰਜਾ ਹੀ ਖੁਸ਼ ਨਹੀਂ, ਉਹ ਰਾਜਾ ਕਿਸ ਕੰਮ ਦਾ ਜੀ। ਲੋਕਾਂ ਨੇ ਤੇ ਇੱਕ ਵਿਸ਼ਵਾਸ ਕੀਤਾ ਸੀਗਾ, ਵਿਸ਼ਵਾਸ ਕਰਕੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਸੈਂਟਰ 'ਚ ਉਹਨਾਂ ਨੂੰ ਬਿਠਾਇਆ। ਤੇ ਲੋਕਾਂ ਨੂੰ ਕੀ ਪਤਾ ਸੀਗਾ ਕਿ ਐਡਾ ਵੱਡਾ ਇਹਨਾਂ ਨਾਲ ਅੰਧ ਵਿਸ਼ਵਾਸ ਹੋਣ ਵਾਲਾ, ਐਡਾ ਵੱਡਾ ਇਹਨਾਂ ਨਾਲ ਧੋਖਾ ਹੋਣ ਵਾਲਾ ਹੈ। ਇਹਨਾਂ ਨੇ ਬਹੁਤ ਵੱਡਾ ਕਿਸਾਨਾਂ ਨੇ ਧੋਖਾ ਕੀਤਾ। ਤੇ ਸਰਕਾਰਾਂ ਨੂੰ ਇਹ ਦੱਸਣਾ ਚਾਹੁੰਦੇ ਕਿ ਜਿੰਨੇ ਵੀ ਕਿਸਾਨ ਆ, ਵਪਾਰੀ ਮਜ਼ਦੂਰ ਲੋਕ, ਕਿਸਾਨ ਲੋਕ, ਕਿਰਤੀ ਲੋਕ, ਜੋ ਵੀ ਹੱਕ ਤੇ ਸੱਚ ਦੀ 10 ਨੌਵਾਂ ਦੀ ਕਿਰਤ ਕਰਕੇ ਰੋਟੀ ਖਾਂਦੇ ਨੇ, ਉਹ ਸਾਰੇ ਇਹਨਾਂ ਦਾ ਚਿਹਰਾ ਪੜ ਚੁੱਕੇ ਨੇ। ਇਹ ਕਿਤੇ ਵੀ ਜਾਣ ਦੇ ਕਾਬਲ ਨਹੀਂ ਗੇ। ਇਹ ਸਿਰਫ ਇੱਕ ਬਹਾਨਾ ਬਣਾਉਂਦੇ ਆ ਕਿ ਜਿਵੇਂ ਪਿੱਛੇ ਵੇਖਿਆ ਤੁਸੀਂ 15 ਤਰੀਕ ਦੀ ਤਿਰੰਗਾ ਯਾਤਰਾ। ਮੈਨੂੰ ਇੱਕ ਗੱਲ ਦੱਸ ਦਿਓ, ਅੱਜ ਤੱਕ ਇਹਨਾਂ ਨੇ ਤਿਰੰਗਾ ਯਾਤਰਾ ਕਦੋਂ ਕੱਢੀ? ਇਹ ਆਰਐਸਐਸ ਵਾਲਿਆਂ ਨੇ ਇੰਨੇ ਸਾਲ ਹੋ ਗਏ ਆਰਐਸਐਸ ਚਲਾਉਂਦਿਆਂ ਨੇ, ਇਹਨਾਂ ਨੇ ਅੱਜ ਤੱਕ ਤਿਰੰਗਾ ਝੰਡਾ ਆਰਐਸਐਸ ਦੇ ਦਫ਼ਤਰ ਵਿੱਚ ਨਹੀਂ ਚੜਾਇਆ। ਹੁਣ ਕੀ ਇਹਨਾਂ ਨੂੰ ਤਿਰੰਗਾ ਯਾਦ ਆ ਗਿਆ?
ਫਿਰ ਵੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਵੀਰਾਂ ਦਾ ਕਿ ਜੋ ਵੀ ਸੰਯੁਕਤ ਮੋਰਚੇ ਦੀ ਕੋਲ ਆਉਂਦੀ ਆ ਉਹਨੂੰ ਮੰਨਦੇ ਸ਼ਾਂਤੀਪੂਰਵਕ ਢੰਗ ਨਾਲ, ਤੇ ਅੱਗੇ ਵੀ ਜੋ ਸੰਯੁਕਤ ਮੋਰਚੇ ਦੀ ਕੋਲ ਆਉਗੀ ਸ਼ਾਂਤੀਪੂਰਵਕ ਢੰਗ ਨਾਲ ਅਸੀਂ ਮੰਨਾਂਗੇ। ਤੋ ਜਿਵੇਂ ਕਹਿੰਦੇ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਮੰਨੂ ਵੜਦੇ ਸੀ ਦੂਣ ਸਵਾਲੇ ਹੋਏ। ਡੀਸੀ ਨੇ ਬਿਆਨ ਦਿੱਤੇ ਸੀ ਕਿ ਆ ਨਹੀਂ ਸਕਦੇ ਕਿ ਮੈਂ ਬਿਆਨ ਦੇ ਦੂੰਗਾ ਕਿਸਾਨ ਨਹੀਂ ਆਉਂਦੇ। ਆਹ ਵੇਖ ਲਓ ਜੀ ਲੱਖਾਂ ਦੀ ਤਾਦਾਦ 'ਚ ਕਿਸਾਨ ਆਏ ਹੋਏ ਨੇ, ਤੇ ਹੋਰ ਵੀ ਲੱਖਾਂ ਦੀ ਤਾਦਾਦ ਦੇ ਟਰੈਕਟਰ ਤੇ ਟਰਾਲੀਆਂ ਤੇ ਕਿਸਾਨ ਇੱਥੇ ਸੈਕਟਰੀਏਟ ਪਹੁੰਚ ਰਹੇ ਨੇ। ਕੀ ਲੱਗਦਾ ਇਹ ਧਰਨਾ ਹੈ ਜਿਹੜਾ ਕਿੰਨਾ ਕੁ ਟਾਈਮ ਚੱਲ ਸਕਦਾ ਕਿ ਸਰਕਾਰ ਝੁਕੂਗੀ ਕਿਸਾਨਾਂ ਅੱਗੇ? ਦੇਖੋ ਜੀ, ਇਹ ਜਿਹੜਾ ਅਸੀਂ ਧਰਨਾ ਲਾਇਆ, ਇਸ ਧਰਨਾ ਲਾਇਆ ਅਣਮਿੱਥੇ ਸਮੇਂ ਤੱਕ। ਜਿੰਨਾ ਚਿਰ ਤੱਕ ਇਹ ਸਰਕਾਰ ਝੁਕਦੀ ਨਹੀਂ, ਝੁਕਣ ਦੀ ਤੁਹਾਨੂੰ ਮੈਂ ਦੱਸਦਾ ਕਿ ਹੁਣੇ ਜੀ ਥੋੜੀ ਜਿਹੀ ਖਬਰ ਮਿਲੀ ਆ ਕਿ ਕੈਬਨਿਟ ਨੇ ਮੀਟਿੰਗ ਬੁਲਾ ਲਈ ਆ। ਇਹ ਸਰਕਾਰਾਂ ਇੰਨੀਆਂ ਡਰ ਚੁੱਕੀਆਂ ਨੇ ਕਿ ਇਹਨਾਂ ਨੂੰ ਇਹ ਕਰਨਾ ਹੀ ਪੈਣਾ ਹੈ ਕਿ ਜਿੰਨਾ ਚਿਰ ਤੱਕ ਇਹ ਸਾਨੂੰ ਇਨਸਾਫ ਨਹੀਂ ਮਿਲਦਾ, ਸਾਡਾ ਵੀਰ ਜਿਹੜਾ ਸ਼ਹੀਦ ਹੋਇਆ ਉਹਦੇ ਪਰਿਵਾਰ ਨੂੰ ਸਰਕਾਰੀ ਨੌਕਰੀ, ਇਹ ਨੌਕਰੀ ਤਾਂ ਦੇ ਰਹੇ ਸੀ ਪਰ ਡੀਸੀ ਰੇਟ ਤੇ ਦੇ ਰਹੇ ਸੀਗੇ। ਡੀਸੀ ਰੇਟ ਕਿਹਦਾ ਆ? ਡੀਸੀ ਰੇਟ ਕੌਣ ਦਿੰਦਾ? ਕਾਰਪੋਰੇਟ ਘਰਾਣੇ। ਸਾਨੂੰ ਉਹ ਵੀਰ ਦੀ ਵਾਈਫ ਨੂੰ ਪੱਕੀ ਨੌਕਰੀ ਚਾਹੀਦੀ ਆ, 25 ਲੱਖ ਰੁਪਏ ਦਾ ਮੁਆਵਜ਼ਾ ਚਾਹੀਦਾ, ਤੇ ਜਿਹੜੇ ਵੀਰਾਂ ਦੇ ਸੱਟਾਂ ਵੱਜੀਆਂ ਹੋਈਆਂ 2-2 ਲੱਖ ਰੁਪਇਆ ਮੁਆਵਜ਼ਾ ਉਹਨਾਂ ਨੂੰ ਚਾਹੀਦਾ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਧਰਨਾ ਹੈ ਅਣਮਿੱਥੇ ਸਮੇਂ ਲਈ ਆ, ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਧਰਨਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੂਗਾ, ਅਤੇ ਜੋ ਵੀ ਕਿਸਾਨ ਸ਼ਹੀਦ ਹੋਇਆ ਇੱਥੇ ਉਹਨਾਂ ਦੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 25 ਲੱਖ ਰੁਪਇਆ ਮੁਆਵਜ਼ਾ ਨਹੀਂ ਮਿਲਦਾ ਤਾਂ ਅਸੀਂ ਧਰਨਾ ਇੱਥੋਂ ਨਹੀਂ ਚੱਕਾਂਗੇ। ਤੇ ਇਹਨਾਂ ਨੇ ਹੋਰ ਵੀ ਦੱਸਿਆ ਹੈ ਕਿ ਖਬਰ ਮਿਲੀ ਆ ਕਿ ਕੈਬਨਿਟ ਨੇ ਮੀਟਿੰਗ ਸੱਦ ਲਈ ਆ, ਲੱਗ ਰਿਹਾ ਹੈ ਕਿ ਜਲਦੀ ਇਹ ਜਿਹੜਾ ਮਸਲਾ ਹੈ ਇਸ ਦਾ ਹੱਲ ਸਰਕਾਰ ਲੱਭੇਗੀ। ਅਸੀਂ ਤੁਹਾਨੂੰ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ। ਮੈਂ ਮਨਵਿੰਦਰ ਸਿੰਘ ਟਿਵਾਣਾ, ਕਰਨਾਲ।